ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਤੁਹਾਡੇ ਨਾਲ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਅਹਿਮ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ-ਬਹੁਤ ਸਵਾਗਤ ਜੀ। ਪੰਨੂ ਸਾਹਿਬ, ਕੇਂਦਰ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਆਉਣ ਵਾਲੇ ਵਿੱਤੀ ਸਾਲ ਦੇ ਵਿੱਚ ਜਿਹੜੀਆਂ ਨਵੀਆਂ ਯੋਜਨਾ ਆ ਉਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਆ। ਇਸ ਦਾ ਕੀ ਅਸਰ ਹੋ ਸਕਦਾ? ਨਵਜੀਤ ਜੀ, ਯੋਜਨਾਵਾਂ ਜਦੋਂ ਬਣਾਉਣੀਆਂ ਹੋਣ ਸਭ ਤੋਂ ਪਹਿਲੀ ਚੀਜ਼ ਚਾਹੀਦੀ ਹੁੰਦੀ ਹੈ ਕਿ ਪੈਸਾ ਪੱਲੇ ਹੋਵੇ ਜੀ। ਜੇ ਪੈਸੇ ਹੀ ਨਾ ਹੋਣ ਪੱਲੇ, ਚਾਦਰ ਵੇਖ ਕੇ ਪੈਰ ਪਸਾਰਨੇ ਹਨ ਜੀ। ਬਿਲਕੁਲ। ਜੇ ਚਾਦਰ ਹੀ ਹੈ ਨਹੀਂ ਤੇ ਪੈਰ ਕਿੱਥੇ ਪਸਾਰੇਗਾ? ਇਹ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਜਿੰਨਾ ਕੁ ਰਿਜ਼ਰਵ ਸੀ ਉਹਨੂੰ ਬਿਲਕੁਲ ਉਡਾਇਆ। ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਜਿੰਨੇ ਕੁ ਪੈਸੇ ਇਹਨਾਂ ਦੇ ਆਪਣੇ ਕੋਲ ਸੀ ਉਹ ਉਡਾਤੇ ਜੀ। ਫਿਰ ਇਹਨਾਂ ਨੇ ਰਿਜ਼ਰਵ ਬੈਂਕ ਨੂੰ ਕਹਿ ਦਿੱਤਾ 50,000 ਕਰੋੜ ਦੇ ਦਿਓ। ਹੁਣ ਥੋੜ੍ਹੇ ਦਿੱਤੇ, ਬਾਕੀ ਉਹਨਾਂ ਆਖਿਆ ਦੇ ਨਹੀਂ ਸਕਦੇ। ਇਹਨਾਂ ਨੇ ਜ਼ੋਰ ਪਾਇਆ। ਚੋਣਾਂ ਹੋ ਗਈਆਂ ਹੁੰਦੇ ਸਰ ਫਿਰ ਇਹਨਾਂ ਰਿਜ਼ਰਵ ਬੈਂਕ ਨੂੰ ਆਖਿਆ ਦਿਓ ਜੀ। ਤੋਂ ਲੈ ਕੇ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਸਰਕਾਰ ਕੋਲ ਪੈਸਾ ਆਈ ਜਾਂਦਾ ਤੇ ਜਾਂਦਾ ਕਿੱਥੇ। ਅੰਨ੍ਹੇਵਾਹੀ ਪੈਸਾ ਰੁੜਦਾ ਗਿਆ ਜੀ। ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਇੱਕ ਕੁਦਰਤੀ ਆਫਤ ਵੀ ਆ ਜਾਣੀ। ਜਦੋਂ ਆਈ ਕੁਦਰਤੀ ਆਫਤ, ਇਹਦੇ ਵਾਸਤੇ ਫਿਰ ਬਹੁਤ ਸਾਰੀਆਂ ਹੋਰ ਛੱਟਾਂ ਪੈ ਗਈਆਂ। ਸਭ ਤੋਂ ਵੱਡੀ ਗੱਲ ਇਹ ਹੋਈ ਕਿ 22 ਮਾਰਚ ਤੋਂ ਬਾਅਦ ਜਦੋਂ ਸਾਰੇ ਕਾਰੋਬਾਰ ਹੀ ਬੰਦ ਹੋ ਗਏ, ਟੈਕਸ ਕਿੱਥੋਂ ਆਉਣੇ ਸੀ? ਸਰਕਾਰ ਦੇ ਖਰਚੇ ਜਿਉਂਦੇ ਤਿਉਂ ਰਹੇ। ਜਿਹੜੀ ਫੌਜ ਬੈਠੀ ਆ, ਭਾਵੇਂ ਬਾਰਡਰਾਂ 'ਚ ਹੋਵੇ ਭਾਵੇਂ ਛਾਉਣੀਆਂ 'ਚ ਹੋਵੇ, ਉਹਦੀਆਂ ਤਨਖਾਹਾਂ ਨੂੰ ਤਾਂ ਨਾ ਨਹੀਂ ਕਰ ਸਕਦੇ ਜੀ। ਇਸ ਤਰ੍ਹਾਂ ਕਿੰਨੀ ਕਿਸਮ ਦੇ ਖਰਚੇ ਆ ਜਿਹੜੇ ਸਰਕਾਰ ਦੇ ਸਿਰ ਪੈਂਦੇ ਆ ਤੇ ਉਹ ਪੈਂਦੇ ਰਹਿਣੇ ਸੀ। ਪਰ 2 ਮਹੀਨਿਆਂ 'ਚ ਕੋਈ ਬੱਸ 'ਤੇ ਨਹੀਂ ਚੜ੍ਹਿਆ, ਇਸ ਕਰਕੇ ਪੈਸੰਜਰ ਟੈਕਸ ਨਹੀਂ ਮਿਲਿਆ। ਕਿਤੇ ਖੰਡ ਨਹੀਂ ਵਿਕੀ, ਕੱਪੜਾ ਨਹੀਂ ਵਿਕਿਆ, ਸੇਲ ਟੈਕਸ ਨਹੀਂ ਆਇਆ, GST ਨਹੀਂ ਆਇਆ। ਹਰ ਚੀਜ਼ ਤੋਂ ਜਿਹੜਾ ਟੈਕਸ ਆਉਂਦਾ ਹਿੱਸਾ ਦਾ ਸਾਰਾ ਰੁੜ ਗਿਆ ਜੀ। 2 ਮਹੀਨੇ ਬਗੈਰ ਟੈਕਸ ਤੋਂ ਸਰਕਾਰ ਚਲਾਉਣੀ। ਨਾਲ ਉਲਟਾ ਹੋਇਆ ਏ ਕਿ ਲੋਕਾਂ ਨੂੰ ਘਰੀਂ ਬੈਠਿਆਂ ਨੂੰ ਕੋਈ ਸਹੂਲਤਾਂ ਦੇਣੀਆਂ ਪਈਆਂ। ਘਰ ਬੈਠਿਆਂ ਨੂੰ ਆਖਿਆ ਤੁਹਾਨੂੰ ਖਾਣਾ ਵੀ ਪਹੁੰਚੇਗਾ। ਉਹਨਾਂ ਸਹੂਲਤਾਂ ਵਾਸਤੇ ਸਬਸਿਡੀਆਂ ਜਿਹੜੀਆਂ ਦਿੱਤੀਆਂ ਗਈਆਂ ਉਹਨਾਂ ਵਾਸਤੇ ਵੀ ਪੈਸਾ ਲੱਗਾ। ਜੇ ਪਹਿਲਾਂ ਪੈਸਾ ਬਚਾ ਕੇ ਰੱਖਿਆ ਹੁੰਦਾ ਜੀ, ਅੱਜ ਔਖੇ ਵੇਲੇ ਕੰਮ ਆਉਂਦਾ। ਇਹ ਸਰਕਾਰ ਆਪਣਾ ਪੈਸਾ ਵੀ ਪਹਿਲਾਂ ਰੋੜ ਬੈਠੀ। ਰਿਜ਼ਰਵ ਬੈਂਕ ਦੇ ਕੋਲ ਵੀ ਜਿੰਨਾ ਕੁ ਰਿਜ਼ਰਵ ਪਿਆ ਸੀ ਉਹ 'ਚੋਂ ਕਾਫੀ ਸਾਰਾ ਨਾ ਰੋੜਤਾ। ਅੱਜ ਹੁਣ ਹਾਲਤ ਇਹ ਆ ਕਿ ਸਾਡਾ ਭਾਰਤ ਦਾ ਖਜ਼ਾਨਾ ਨੰਗਾਂ ਦੀ ਭੜੋਲੀ ਵਰਗਾ ਬਣ ਗਿਆ ਜੀ। ਕੁਛ ਹੈ ਨਹੀਂ ਕੱਖ ਵੀ। ਖਾਲੀ ਭੜੋਲੀ ਜਿਹੜੀ ਆ ਉਹ ਪਈ ਆ। ਉਹ 'ਚ ਕੀ ਕਰਨਗੇ? ਇਸ ਵੇਲੇ ਜੇ ਆਖਣ ਅਸੀਂ ਫਲਾਣਾ ਪ੍ਰੋਜੈਕਟ ਕਰਨਾ, ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਜਿਹੜੇ ਪਾਰਲੀਮੈਂਟ ਮੈਂਬਰਾਂ ਨੂੰ ਪੈਸੇ ਮਿਲਦੇ ਸੀ ਹਲਕਾ ਵਿਕਾਸ ਫੰਡ ਦੇ, ਉਹ ਵੀ ਰੋਕਣੇ ਪਏ ਆ। ਅਤੇ ਜਿਨ੍ਹਾਂ ਦੇ ਅਜੇ ਪਿਛਲੇ ਪੈਸੇ ਅਲਾਟ ਹੋ ਚੁੱਕੇ ਸੀ ਜੀ ਅਤੇ ਕੰਮ ਰੁਕੇ ਪਏ ਸਨ, ਉਹ ਵੀ ਪੈਸੇ ਆਖਿਆ ਹੁਣ ਤੁਸੀਂ ਨਾ ਵਰਤਿਓ। ਇੱਥੋਂ ਤੱਕ ਵੀ ਕਰਨਾ ਪੈ ਗਿਆ। ਥੱਲਿਓਂ ਤਾਂ ਪਹਿਲਾਂ ਕਰਦੇ ਪਏ ਆ ਕਿ ਪੈਸਾ ਦਿਓ, ਸਰਕਾਰ ਚਲਾਉਣੀ ਹੈ ਅਤੇ ਪ੍ਰੋਜੈਕਟ ਕਰਨਾ ਚਲਾਉਣਗੇ ਜੀ। ਅਗਲੀ ਗੱਲ ਇਹ ਕਰ ਦਿੱਤੀ ਹੈ ਕਿ ਹੁਣ ਤੱਕ ਜਵਾਹਰ ਲਾਲ ਨਹਿਰੂ ਦੇ ਵੇਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਰਿਲੀਫ ਫੰਡ ਚੱਲਦਾ ਹੁੰਦਾ ਸੀ। ਇਹ ਸਰਕਾਰ ਪਹਿਲੀ ਹੈ ਜਿਨ੍ਹਾਂ ਨੇ ਆਖਿਆ ਜੀ ਪ੍ਰਧਾਨ ਮੰਤਰੀ ਰਿਲੀਫ ਫੰਡ ਕੋਈ ਨਹੀਂ, PM ਕੇਅਰ ਫੰਡ ਚਲਾਵਾਂਗੇ ਜੀ। ਉਹ PM ਕੇਅਰ ਫੰਡ ਜਿਹੜਾ ਪ੍ਰਾਈਵੇਟ ਚਲਾਤਾ, ਉਹਦੇ ਵਿੱਚ ਭਾਜਪਾ ਦੇ ਕੁਝ ਲੀਡਰ ਨੇ, ਕੋਈ ਦੂਜੇ ਤੀਜੇ ਨੇ। ਆਡਿਟ ਉਹਦਾ ਹੋਣਾ ਕੋਈ ਨਹੀਂ, ਟੱਕੀ ਜੇ ਕੋਈ ਨਾ ਬੁੱਝੇ, ਕੋਈ ਪੁੱਛਣ ਵਾਲਾ ਹੈ ਨਹੀਂ। ਇੱਦਾਂ ਦੀਆਂ ਜੇ ਹਰਕਤਾਂ ਸਰਕਾਰ ਕਰੇਗੀ ਇਹ ਤਾਂ ਕਹਿੰਦੇ ਸਾਲ 2 ਸਾਲ ਦੀਆਂ ਗੱਲਾਂ ਨੇ। ਇਸ ਤਰ੍ਹਾਂ ਤਾਂ ਫਿਰ ਲੰਮਾ ਸਮਾਂ ਸਾਰੇ ਪ੍ਰੋਜੈਕਟ ਰੋਕਣੇ ਪੈਣਗੇ ਜੀ। ਬਿਲਕੁਲ। ਕੰਮ ਕੋ ਹੋ ਹੀ ਨਹੀਂ ਸਕਣਾ। ਸਰਕਾਰ ਨੂੰ ਸਰਕਾਰ ਦੇ ਤੌਰ 'ਤੇ ਜਿਸ ਤਰ੍ਹਾਂ ਚੱਲਣਾ ਚਾਹੀਦਾ, ਨਰਿੰਦਰ ਮੋਦੀ ਸਰਕਾਰ ਉਸ ਤਰ੍ਹਾਂ ਨਹੀਂ ਚੱਲ ਰਹੀ ਜੀ। ਇਹਦੀ ਨੀਤੀ ਦੀ ਘਾਟ ਹੈ, ਦੂਰ ਦ੍ਰਿਸ਼ਟੀ ਦੀ ਘਾਟ ਹੈ। ਉਹ ਸਾਰੀਆਂ ਘਾਟਾਂ ਲੈ ਦੇ ਕੇ ਇਹ ਸਾਰੀਆਂ ਦੀ ਸਾਰੀਆਂ ਕੱਲ੍ਹ ਨੂੰ ਟੈਕਸਾਂ ਦਾ ਬੋਝ ਆਮ ਲੋਕਾਂ 'ਤੇ ਪਏਗਾ ਜੀ। ਪੰਨੂ ਸਾਹਿਬ, ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਵੱਧਦੀ ਜਾ ਰਹੀ ਹੈ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਵੀ ਵੱਧਦੀ ਜਾ ਰਹੀ ਹੈ। ਇੱਕ ਖਬਰੇ ਸਾਹਮਣੇ ਆਈ ਹੈ ਕਿ ਇੱਕ ਕਿਸਾਨ ਨੂੰ ਕੁੱਤਿਆਂ ਨੇ ਵੱਢ ਕੇ ਨੋਚ ਦਿੱਤਾ ਅਤੇ ਬਹੁਤ ਪਹਿਲਾਂ ਸਮਾਂ ਵੀ ਮੰਗ ਉੱਠਦੀ ਰਹੀ ਹੈ ਇਸ ਦੇ ਖਿਲਾਫ ਕੋਈ ਕਾਰਵਾਈ ਹੋਵੇ ਜਾਂ ਕੋਈ ਯਤਨ ਕੀਤੇ ਜਾਣ। ਇਹ ਗੱਲ ਹਰ ਵਾਰ ਦੱਬ ਕੇ ਰਹਿ ਜਾਂਦੀ ਹੈ। ਅਜਿਹਾ ਕਿਉਂ ਹੁੰਦਾ? ਇੱਥੇ ਪੰਜਾਬ ਵਿੱਚ ਹਰ ਮਹੀਨੇ ਇੱਕ ਅੱਧਾ ਕੇਸ ਤਾਂ ਇਹੋ ਜਿਹਾ ਹੁੰਦਾ ਜੀ, ਜਿੱਥੇ ਕੁੱਤੇ ਕਿਸੇ ਬੱਚੇ ਨੂੰ ਪਾੜ ਕੇ ਖਾ ਜਾਂਦੇ। ਕਿਸੇ ਥਾਂ 'ਤੇ ਕੋਈ ਮਾਈ ਖੇਤਾਂ 'ਚ ਗਈ, ਬਾਅਦ ਵਿੱਚ ਉਹਦੀਆਂ ਹੱਡੀਆਂ 'ਤੇ ਉੱਥੇ ਪਏ ਕੱਪੜੇ ਇਕੱਠੇ ਕਰਕੇ ਲਿਆਂਦੇ ਜੀ। ਉਹਦੀ ਕੋਈ ਵਾਲੀ ਕਾਂਟਾ ਡਿੱਗਾ ਸੀ, ਉਹ ਤੋਂ ਪਛਾਣਿਆ ਗਿਆ ਵੀ ਉਹੀ ਆ, ਕੱਪੜਿਆਂ ਤੋਂ ਪਛਾਣਿਆ ਜੀ। ਕਦੇ ਕੋਈ ਬੰਦਾ ਰਾਹ ਜਾਂਦਾ, ਕੁੱਤੇ ਘੇਰ ਲੈਂਦੇ ਆ। ਅਵਾਰਾ ਕੁੱਤਿਆਂ ਦਾ ਖਤਰਾ ਇੱਥੇ ਬਹੁਤ ਹੈ। ਹੁਣ ਉਹ ਜਿਹੜਾ ਅਵਾਰਾ ਕੁੱਤਿਆਂ ਦਾ ਖਤਰਾ ਇੱਥੋਂ ਤੱਕ ਵੱਧ ਗਿਆ ਕਿ ਅੱਜ ਹੁਣ ਸਮਾਣੇ ਦੀ ਖਬਰ ਹੈ, ਉਹਦੇ ਨਾਲ ਦੇ ਕਿਸੇ ਪਿੰਡ ਦੇ ਵਿੱਚ
ਇੱਕ ਕਿਸਾਨ ਆਪਣੇ ਖੇਤਾਂ 'ਚ ਗਿਆ ਤੇ ਅਵਾਰਾ ਕੁੱਤਿਆਂ ਨੇ ਉਹਨੂੰ ਘੇਰ ਲਿਆ, ਘੇਰ ਕੇ ਪਾੜ ਖਾ ਕੇ ਉਹਨੂੰ ਮਾਰ ਦਿੱਤਾ। ਜੀ ਲੋਕਾਂ ਜਾ ਕੇ ਜਦ ਤੱਕ ਛੁਡਾਇਆ ਉਹ ਮਰ ਚੁੱਕਾ ਸੀ। ਇਹ ਇਸ ਵੇਲੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਸਮੱਸਿਆ, ਕਿਸਾਨ ਆਪਣੇ ਖੇਤਾਂ 'ਚ ਨਹੀਂ ਜਾ ਸਕਦੇ, ਕਮਾਦ ਦੇ ਨੇੜੇ ਜਾਂਦੇ ਆ ਤੇ ਪਤਾ ਨਹੀਂ ਕਮਾਦ ਦੇ ਅੰਦਰ ਕਿਸੇ ਨੂੰ ਲੈ ਕੇ ਕੁੱਤੇ ਖਾਂਦੇ ਪਏ ਹੋਣ ਤੇ ਉਹੀ ਅੱਗੂ ਗੜ ਪੈ ਜਾਣ। ਅਸੀਂ ਛੋਟੇ ਹੁੰਦੇ ਖੇਤਾਂ 'ਚ ਜਾਂਦੇ ਰਹੇ, ਪਰ ਹੁਣ ਕੋਈ ਇਕੱਲਾ ਤੇ ਇਕੱਲਾ ਬੱਚਾ ਤੇ ਛੱਡੋ, ਜੀ ਬੰਦਾ ਵੀ ਖੇਤਾਂ 'ਚ ਜਾਣ ਲੱਗੇਗਾ ਡਰਦਾ ਹੋਊਗਾ ਵੀ ਪਤਾ ਨਹੀਂ ਕਿੱਥੇ ਅਵਾਰਾ ਕੁੱਤਿਆਂ ਘੇਰ ਲੈਣਾ। ਇਹ ਅਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਵੱਡੀ ਹੋਈ ਪਈ ਆ। ਅੱਗੋਂ ਇਹ ਆ ਕਿ ਇੱਥੇ ਕੁਝ ਪਸ਼ੂ ਭਲਾਈ ਵਾਲੀਆਂ ਸੁਸਾਇਟੀਆਂ ਨੇ, ਮੈਂ ਨਹੀਂ ਕਹਿੰਦਾ ਸਾਰੇ ਕੁੱਤੇ ਮਾਰ ਦਿਓ, ਜੀ ਜਿਹੜੀਆਂ ਪਸ਼ੂ ਭਲਾਈ ਵਾਲੀਆਂ ਸੁਸਾਇਟੀਆਂ ਇਸ ਗੱਲ ਦੇ ਪੈਸੇ ਲੈਂਦੀਆਂ ਕਿ ਅਸੀਂ ਪਸ਼ੂਆਂ ਦੀ ਬਹੁਤ ਸੰਭਾਲ ਕਰਦੇ ਹਾਂ, ਅਸੀਂ ਬਹੁਤ ਇਹਨਾਂ ਨਾਲ ਪਿਆਰ ਕਰਦੇ ਹਾਂ। ਉਹ ਫਿਰ ਇਹੋ ਜਿਹੇ ਜਿਹੜੇ ਜਾਨਵਰ ਨੇ ਜਾਂ ਉਹਨਾਂ ਨੂੰ ਸਟੈਰਲਾਈਜ਼ ਕਰਨ ਕਿ ਹੋਰ ਕੁੱਤੇ ਨਾ ਪੈਦਾ ਹੋਣ, ਜੀ ਜਾਂ ਇਹਨਾਂ ਨੂੰ ਕੋਈ ਕੁੱਤੇਖਾਨਾ ਬਣਾ ਕੇ ਤੇ ਉਹਦੇ ਵਿੱਚ ਸੰਭਾਲ ਕੇ ਰੱਖਣ। ਇਹ ਮੇਨਕਾ ਗਾਂਧੀ ਨੇ ਬਹੁਤ ਚਿਰ ਤੋਂ ਇਹ ਮੁਹਿੰਮ ਚਲਾਈ ਸੀ ਕਿ ਅਵਾਰਾ ਕੁੱਤੇ ਨਹੀਂ ਮਾਰਨੇ ਚਾਹੀਦੇ। ਇਹ ਹੌਲੀ ਹੌਲੀ ਇਹ ਮੁਹਿੰਮ ਇੰਨੀ ਚਰਚਾ ਦਾ ਵਿਸ਼ਾ ਬਣ ਗਈ ਕਿ 2 ਸਾਲ ਪਹਿਲਾਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਾਰੇ ਮੰਤਰੀ ਜਿਹੜੇ ਮੁੱਖ ਸਨ ਅੱਡ ਮਹਿਕਮਿਆਂ ਦੇ ਉਹ ਆਏ ਸੀ, ਇਹ ਵੀ ਮੰਤਰੀ ਦੇ ਤੌਰ 'ਤੇ ਆਏ ਸੀ। ਜੀ ਮੈਂ ਉਹਨਾਂ ਲੋਕਾਂ ਵਿੱਚ ਸਾਂ ਜਿਨ੍ਹਾਂ ਦੇ ਨਾਲੋਂ ਗੱਲਬਾਤ ਕਰਨੀ ਸੀ। ਉਹਨਾਂ ਨੇ ਪੱਤਰਕਾਰ ਸਨ, ਸਾਰੇ ਮੀਡੀਆ ਵਾਲੇ ਸਨ। ਅਤੇ ਉੱਥੇ ਜਦੋਂ ਮੇਨਕਾ ਗਾਂਧੀ ਬੋਲਣ ਲੱਗੀ ਤੇ ਉਹਨੇ ਸ਼ੁਰੂ ਇੱਥੋਂ ਕੀਤਾ, ਫਸਟ ਆਫ ਆਲ ਆਈ ਰਿਕੁਐਸਟ ਆਲ ਦਾ ਪਰਸਨਸ ਦੈਟ ਡੋਂਟ ਆਸਕ ਮੀ ਅ ਕੁੱਤਾ ਕੁਐਸਚਨ। ਅਤੇ ਨਾਲ ਹੀ ਉਹਨੇ ਆਖਿਆ ਮੈਂ ਜਿੱਥੇ ਜਾਂਦੀ ਹਾਂ ਸਾਰੇ ਲੋਕ ਮੈਨੂੰ ਕੁੱਤਿਆਂ ਬਾਰੇ ਸਵਾਲ ਪੁੱਛਦੇ ਆ ਵੀ ਕੁੱਤਿਆਂ ਬਾਰੇ ਤੇਰੀ ਨੀਤੀ ਕੀ। ਜਿਹੜੇ ਸਵਾਲ ਉਹਨੇ ਆਪ ਹੀ ਕੁੱਤਾ ਕੁਐਸਚਨ ਕਹਿ ਦਿੱਤਾ। ਉੱਠ ਕੇ ਪੁੱਛਣਾ ਕਿਸੇ ਨੇ ਕੀ ਸੀ, ਪਰ ਇਹ ਸਵਾਲ ਫਿਰ ਵੀ ਉੱਥੇ ਉੱਠ ਪਿਆ ਵੀ ਕੁੱਤੇ ਤਾਂ ਜੀ ਇੱਥੇ ਵਾਰਾਗਰਦੀ ਬਹੁਤ ਹੈ। ਜੀ ਹੁਣ ਸਾਡੇ ਗੁਆਂਢ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕ ਪਸ਼ੂਆਂ ਨੂੰ, ਪੰਛੀਆਂ ਨੂੰ, ਸਾਰੇ ਕੁਝ ਨੂੰ ਪਿਆਰ ਕਰਦੇ ਆ, ਬਾਂਦਰਾਂ ਨੂੰ ਵੀ ਪਿਆਰ ਕਰਦੇ ਆ। ਪਰ ਇਹਦੇ ਬਾਵਜੂਦ ਜਦੋਂ ਬਾਂਦਰ ਖੇਤਾਂ 'ਚ ਜਾਂਦੇ ਆ, ਜਿਹੜੇ ਇਲਾਕਿਆਂ 'ਚ ਖੇਤਾਂ 'ਚ ਜਾ ਕੇ ਫਸਲਾਂ ਦਾ ਨਾਸ਼ ਕਰਦੇ ਆ, ਆਉਂਦੇ ਜਾਂਦੇ ਕਿਸਾਨ ਨੂੰ ਵੀ ਪੈ ਜਾਂਦੇ ਆ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਇਹ ਕਹਿੰਦੀ ਆ ਕਿ ਇਸ ਇਲਾਕੇ 'ਚ ਬਾਂਦਰ ਮਾਰ ਦਿੱਤੇ ਜਾਣ। ਜੀ ਕਿ ਬਾਂਦਰ ਜੀਵ ਨਹੀਂ ਗਾ, ਕੁੱਤਾ ਜ਼ਿਆਦਾ ਜੀਵ ਆ। ਇੱਕ ਖਾਸ ਕਿਸਮ ਦੇ ਜਾਨਵਰਾਂ ਨਾਲ ਹੇਜ ਬਹੁਤਾ ਜਤਾਉਣਾ ਔਰ ਇਹ ਨਾ ਵੇਖਣਾ ਕਿ ਉਹ ਮਨੁੱਖੀ ਜਾਨਾਂ ਵਾਸਤੇ ਖਤਰਾ ਬਣਦੇ ਪਏ, ਇਹ ਬਹੁਤ ਵੱਡੀ ਸਮੱਸਿਆ ਜਿਹਨੂੰ ਉੱਤੇ ਬੈਠੇ ਦਿੱਲੀ 'ਚ ਜਾਂ ਇੱਥੇ ਪੰਜਾਬ ਵਿੱਚ ਵੀ ਕੁਝ ਲੋਕ ਬਹੁਤ ਹਲਕੇ ਢੰਗ ਨਾਲ ਲੈਂਦੇ ਆ ਔਰ ਕਹੀ ਜਾਂਦੇ ਜੀ ਅਸੀਂ ਤਾਂ ਵੇਖੋ ਪਸ਼ੂ ਪ੍ਰੇਮੀ ਆ, ਤੁਸੀਂ ਪਸ਼ੂਆਂ ਦੇ ਪ੍ਰੇਮੀ ਰਹੋ, ਪਰ ਤੁਹਾਨੂੰ ਬੰਦਿਆਂ ਨਾਲ ਕੋਈ ਪ੍ਰੇਮ ਨਹੀਂ ਕਿ ਬੰਦੇ ਮਰਦੇ ਜਾਂਦੇ ਨੇ। ਹਰ ਹਫ਼ਤੇ ਹਰ ਮਹੀਨੇ ਕੋਈ ਨਾ ਕੋਈ 1, 2, 3 ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਗਿਣਤੀ ਤਾਂ ਕਰਕੇ ਵੇਖੋ ਹੁਣ ਤੱਕ ਕਿੰਨੇ ਲੋਕ ਕੁੱਤਿਆਂ ਨੇ ਪਾੜ ਕੇ ਖਾ ਲਏ ਆ। ਇਹਦੇ ਕੋਈ ਗਿਣਤੀ ਹੋਣੀ ਚਾਹੀਦੀ ਆ, ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਜੀ ਬਿਲਕੁਲ ਜੀ, ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਪਵਨ ਸਾਹਿਬ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਹੋਰ ਬਿਆਨ ਸਾਹਮਣੇ ਆ ਗਿਆ। ਉਹ ਕਹਿੰਦੇ ਕਿ ਕਰੋਨਾ ਵਾਇਰਸ ਦੀ ਵੈਕਸੀਨ ਦੇ 20 ਲੱਖ ਟੀਕੇ ਜਿਹੜੇ ਆ ਤਿਆਰ ਕਰ ਲਏ ਆ ਤੇ ਲੋਕਾਂ ਤੱਕ ਜਲਦੀ ਪਹੁੰਚਾ ਦਿੱਤੇ ਜਾਣਗੇ, ਪਰ ਜੇਕਰ ਸੁਰੱਖਿਅਤ ਹੋਣਗੇ ਤਾਂ। ਅਮਰੀਕੀ ਰਾਸ਼ਟਰਪਤੀ ਇਦਾਂ ਦੇ ਬਿਆਨ ਦਿੰਦੇ ਕਿਉਂ ਆ? ਅਮਰੀਕੀ ਰਾਸ਼ਟਰ ਵੇਖੋ ਕਮਾਲ ਦੀ ਗੱਲ ਆ, ਉਹ ਕਹਿੰਦਾ 20 ਲੱਖ ਟੀਕੇ ਤਿਆਰ ਕਰ ਲਏ ਆ। ਜੀ ਲੋਕਾਂ ਤੱਕ ਤਾਂ ਪਹੁੰਚਾਏ ਜਾਣਗੇ ਜੇ ਸੁਰੱਖਿਅਤ ਹੋਏ, ਤੇ ਜੇ ਸੁਰੱਖਿਅਤ ਨਹੀਂ ਸੀ, ਅਜੇ ਟੈਸਟ ਨਹੀਂ ਕੀਤੇ ਤੇ ਬਣਾਏ ਕਿਉਂ ਆ? ਜੀ ਬਿਲਕੁਲ, ਬਣਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਇਹ 20 ਲੱਖ ਟੀਕੇ ਜਿਹੜੇ ਆ, ਜੇ $1 ਵੀ ਲੱਗਾ ਹੋਵੇ ਤੇ $20 ਲੱਖ ਆ। ਇੰਨਾ ਪੈਸਾ ਫੂਕ ਦਿੱਤਾ ਤੇ ਹੁਣ ਕਹਿੰਦੇ ਹੋ ਕਿ ਲੋਕਾਂ ਤੱਕ ਤਾਂ ਪਹੁੰਚਾਵਾਂਗੇ ਜੇ ਇਹ ਸੁਰੱਖਿਅਤ ਹੋਏ। ਜੀ ਹੁਣ ਇਹ ਵੀ ਨਹੀਂ ਪਤਾ ਕਿ ਬਣਾਏ ਆ ਕਿ ਬਣਾਉਣੇ ਆ। ਜੇ ਜੀ ਡੋਨਲਡ ਟਰੰਪ ਕੁਛ ਵੀ ਕਹਿ ਸਕਦਾ, ਉਹਦੀਆਂ ਗੱਲਾਂ ਤੇ ਉਹਦੇ ਦੇਸ਼ ਵਿੱਚ ਵੀ ਲੋਕੀ ਬਹੁਤਾ ਯਕੀਨ ਨਹੀਂ ਕਰਦੇ, ਬਾਹਰ ਕਿੰਨਾ ਕੋਈ ਕਰੇਗਾ। ਅੱਜ ਜਿਹੜੀ ਸਾਰੀ ਦੁਨੀਆ ਦੇ ਵਿੱਚ ਉਹਦੇ ਖਿਲਾਫ ਮੁਹਿੰਮ ਚੱਲਦੀ ਪਈ ਆ, ਕਿੰਨੇ ਦੇਸ਼ਾਂ ਦੇ ਵਿੱਚ ਉਹਦੇ ਖਿਲਾਫ ਮੁਜ਼ਾਹਰੇ ਹੋ ਗਏ ਜੀ। ਔਰ ਇੱਕ ਬੰਦਾ 8 ਮਿੰਟ ਤੋਂ ਵੱਧ ਉਹਦੀ ਗਰਦਨ ਦੇ ਉੱਤੇ ਇੱਕ ਪੁਲਿਸ ਵਾਲੇ ਨੇ ਗੋਡਾ ਧਰ ਛੱਡਿਆ ਤੇ ਉਹਨੂੰ ਜਿੱਦਾਂ ਮਾਰਿਆ, ਜਲੀਲ ਕੀਤਾ। ਉਹਦੇ ਉੱਤੇ ਅਮਰੀਕਾ ਦੇ ਵਿੱਚ ਪਬਲਿਕ ਸੜਕਾਂ 'ਤੇ ਆਈ ਪਈ ਆ, ਨਾਲ ਲੱਗਦੇ ਦੇਸ਼ ਕੈਨੇਡਾ ਵਿੱਚ ਆਈ ਪਈ ਆ ਜੀ। ਸਭ ਥਾਵਾਂ 'ਤੇ ਮੁਜ਼ਾਹਰੇ ਹੋ ਰਿਹਾ ਤੇ ਡੋਨਲਡ ਟਰੰਪ ਨੂੰ ਤਾਂ ਉਹਦੀ ਵੀ ਕੋਈ ਚਿੰਤਾ ਨਹੀਂ। ਉਹ ਇਹ ਸਮਝਦਾ ਕਿ ਹੋਂਗੇ ਅਗਰ ਬਦਨਾਮ ਤਾਂ ਕਿਆ ਨਾਮ ਨਾ ਹੋਗਾ। ਉਹ ਬਦਨਾਮੀ ਦੇ ਵਿੱਚੋਂ ਵੀ ਆਪਣਾ ਨਾਮ ਭਾਲਦਾ। ਉਹ ਕਹਿੰਦਾ ਚਰਚਾ ਵੀ ਤਾਂ ਮੈਂ ਹੈਗਾ ਨਾ। ਔਰ ਉਹ ਅਮਰੀਕਾ ਦੇ ਵਿੱਚ ਇੱਕ ਖਾਸ ਕਿਸਮ ਦੀ ਸੋਚ ਵਾਲੇ, ਜਿਨ੍ਹਾਂ ਨੂੰ ਆਪਣੇ ਤੋਂ ਤੇ ਆਪਣੀ ਨਸਲ ਤੋਂ ਵੱਧ ਹੋਰ ਕੋਈ ਬੰਦਾ ਚੰਗਾ ਨਹੀਂ ਲੱਗਦਾ, ਉਹ ਜਿਹੜੇ ਖਾਸ ਨਸਲ ਵਾਲੇ ਲੋਕ ਨੇ ਜੀ, ਖਾਸ ਕਿਸਮ ਦੀ ਨਸਲਵਾਦੀ ਸੋਚਣੇ ਵਾਲੇ ਲੋਕ ਨੇ, ਇਹ ਸੰਕੇਤਾਂ ਦੇ ਵਿੱਚ ਉਹਨਾਂ ਦੀ ਸੋਚਣੇ ਨੂੰ ਪੱਠੇ ਪਾਉਂਦਾ। ਉਹਨਾਂ ਨੂੰ ਵੀ ਲੈ ਕੇ ਵੀ ਇਹਦੀ ਬਦਨਾਮੀ ਹੁੰਦੀ ਪਈ ਹੈ ਜੀ। ਹੁਣ ਆ ਜਿਹੜੀ 20 ਲੱਖ ਟੀਕਿਆਂ ਵਾਲੀ ਗੱਲ ਇਹਨੇ ਕਹਿਤੀ ਹੈ, ਮੈਨੂੰ ਤਾਂ ਇਹ ਵੀ ਨਹੀਂ ਯਕੀਨ ਕਿ ਟੀਕੇ ਸੱਚਮੁੱਚ ਬਣ ਗਏ ਹੋਣਗੇ। ਇਹ ਵੀ ਨਹੀਂ ਯਕੀਨ ਕਿ ਉਹ ਟੀਕੇ ਕਦੇ ਇਹਨਾਂ ਨੇ ਟਰਾਇਲ ਵੀ ਕੀਤਾ ਹੋਵੇਗਾ। ਜੇ ਟਰਾਇਲ ਕੀਤਾ ਹੁੰਦਾ, ਭਾਵੇਂ ਪਸ਼ੂਆਂ 'ਤੇ ਕੀਤਾ ਹੁੰਦਾ, ਫਿਰ ਇਹਨੇ ਦੱਸ ਦੇਣਾ ਸੀ। ਪਰ ਮਨੁੱਖਾਂ 'ਤੇ ਕੀਤੀ ਵਾਲੀ ਗੱਲ ਤੇ ਕੋਈ ਜਾਪਦੀ ਨਹੀਂ। ਜੇ ਇਹ ਹੋ ਚੁੱਕਾ ਹੁੰਦਾ ਤੇ ਰਾਸ਼ਟਰਪਤੀ ਟਰੰਪ ਨੇ ਕਦੇ ਨਹੀਂ ਸੀ ਕਹਿਣਾ
ਕਿ ਜੇ ਸੁਰੱਖਿਅਤ ਹੋਏ ਤਾਂ ਲੋਕਾਂ ਨੂੰ ਦਿਆਂਗੇ। ਜੀ ਆਹ ਕਹਿਣਾ ਕਿ ਸੁਰੱਖਿਅਤ ਹੋਏ ਤਾਂ ਦਿਆਂਗੇ, ਇਹ ਮੁਲਕ ਅਜੇ ਟੈਸਟ ਨਹੀਂ ਕੀਤਾ, ਯਕੀਨ ਨਹੀਂਗਾ, ਬੇਯਕੀਨੀ ਜਾ ਕੇ ਲਾ ਦਿਓ, ਜੋ ਹੋਊਗਾ ਵੇਖੀ ਜਾਊ। ਜੀ ਪਨੂ ਸਾਹਿਬ, ਪੰਜਾਬ ਦੀ ਰਾਜਨੀਤੀ ਫਿਰ ਜਿਹੜੀ ਆ ਹੁਣ ਗਰਮਾਉਣ ਲੱਗ ਪਈ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੈਂ ਲੀਡ ਕਰੂੰਗਾ। ਹਾਲਾਂਕਿ ਉਹਨਾਂ ਨੇ ਪਹਿਲਾਂ ਕਈ ਵਾਰ ਇਹ ਕਿਹਾ ਕਿ ਮੈਂ ਹੁਣ ਚੋਣਾਂ ਨਹੀਂ ਲੜੂੰਗਾ, ਪਰ ਹੁਣ ਕੈਪਟਨ ਸਰਕਾਰ ਜਿਹੜਾ ਆਪਣਾ ਯੂ ਟਰਨ ਲੈਂਦੇ ਹੋਏ ਦਿਖਾਈ ਦੇ ਰਹੇ ਆ। ਸਿਆਸੀ ਲੀਡਰ ਇੱਦਾਂ ਕਰਦੇ ਹੁੰਦੇ ਆ। ਜੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 3 ਸਾਲਾਂ 'ਚ 2 ਜਾਂ 3 ਵਾਰ ਇਹ ਗੱਲ ਆਖੀ ਹੈ ਕਿ ਮੈਂ ਅਗਲੀ ਚੋਣ ਕੀ ਪਤਾ ਲੜਨੀ ਕਿ ਨਹੀਂ ਲੜਨੀ, ਜਾਂ ਮੈਂ ਅਗਲੀ ਚੋਣ ਨਹੀਂ ਲੜਨੀ। ਕੱਲ੍ਹ ਉਹਨੇ ਸਪਸ਼ਟ ਬੋਲੀ 'ਚ ਕਹਿ ਦਿੱਤਾ ਕਿ ਜਦੋਂ ਮੈਂ ਕਿਹਾ ਸੀ ਮੈਂ ਚੋਣ ਨਹੀਂ ਲੜਨੀ, ਮੇਰੇ ਦੋਸਤਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਗਲਤ ਕਹਿੰਦੇ ਪਏ ਹੋ, ਤੁਹਾਡੀ ਇਹ ਸੋਚ ਠੀਕ ਨਹੀਂ, ਚੋਣ ਲੜੋ। ਕਹਿੰਦਾ ਹੁਣ ਮੈਂ ਸਾਫ਼ ਕਹਿੰਦਾ ਕਿ ਅਗਲੀ ਚੋਣ ਮੈਂ ਲੜਨੀ ਹਾਂ, ਮੈਂ ਪਾਰਟੀ ਦੀ ਅਗਵਾਈ ਕਰਨੀ ਹੈ। ਇਹ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। 1997 'ਚ ਪ੍ਰਕਾਸ਼ ਸਿੰਘ ਬਾਦਲ ਤੀਸਰੀ ਵਾਰੀ ਮੁੱਖ ਮੰਤਰੀ ਬਣੇ ਸੀ ਜੀ 2002 ਦੀਆਂ ਚੋਣਾਂ ਸੀ, ਕੈਪਟਨ ਅਮਰਿੰਦਰ ਸਿੰਘ ਨਾਲ ਮੁਕਾਬਲਾ ਸੀ ਕਿ ਮੁੱਖ ਮੰਤਰੀ ਕੌਣ ਬਣਦਾ, ਤੇ ਬਾਦਲ ਸਾਹਿਬ ਨੇ ਆਖਿਆ ਸੀਗਾ ਕਿ ਮੈਂ ਕੀ ਪਤਾ ਅਗਲੀ ਚੋਣ ਲੜਨੀ ਕਿ ਨਹੀਂ ਲੜਨੀ, ਬਸ ਤੁਹਾਨੂੰ ਅਖੀਰਲੀ ਵਾਰੀ ਵੋਟਾਂ ਆਖਣਾ ਆ। ਜੀ ਉਹ ਸਰਕਾਰ ਤੇ ਉਹਨਾਂ ਦੀ ਨਾ ਬਣ ਸਕੀ, ਕੈਪਟਨ ਅਮਰਿੰਦਰ ਸਿੰਘ ਦੀ ਬਣ ਗਈ। 2002 ਦੇ ਵਿੱਚ ਬਾਦਲ ਸਾਹਿਬ ਫਿਰ ਤੁਰ ਪਏ, ਇਹਨਾਂ ਨੇ ਮੁਹਿੰਮ ਚਲਾਈ। ਉਸ ਚੱਲਦੀ ਮੁਹਿੰਮ 'ਚ ਇਹਨਾਂ ਨੇ ਕਈਆਂ ਥਾਵਾਂ 'ਤੇ ਆਖਿਆ ਮੈਂ ਤਾਂ 1997 ਦੀਆਂ ਚੋਣਾਂ ਤੋਂ ਬਾਅਦ ਹੀ ਕਹਿ ਦਿੱਤਾ ਸੀ ਮੈਂ ਚੋਣਾਂ ਨਹੀਂ ਲੜਦੀਆਂ। ਜਿਹੜੇ 2002 ਦੇ ਵਿੱਚ ਜਦੋਂ ਅਸੀਂ ਹਾਰ ਗਏ, ਇੱਕ ਤਾਂ ਉਹ ਹਾਰ ਜਿਹੜੀ ਆ ਉਹਦਾ ਦਾਗ ਅਸੀਂ ਪੁੰਝਣਾ, ਸਾਤੇ ਦਾ ਅੱਖਰ ਜਿਹੜਾ ਮੇਰੇ ਵਾਸਤੇ ਬੜਾ ਫਿੱਟ ਰਹਿੰਦਾ। ਜੀ ਮੈਂ 1970 'ਚ ਮੁੱਖ ਮੰਤਰੀ ਬਣਿਆ ਸੀ, ਫਿਰ ਮੈਂ 77 'ਚ ਬਣਿਆ ਸੀ, ਫਿਰ ਮੈਂ 97 'ਚ ਬਣਿਆ ਸੀ, ਹੁਣ 2007 ਬਣ ਗਿਆ। ਗੱਲ ਮੇਰੀ ਨਹੀਂ, ਅਕਾਲੀ ਦਲ ਨੂੰ ਜਿਤਾਉਣ ਦੀ ਆ। ਇਸ ਵਾਰੀ ਤੁਸੀਂ ਮੈਨੂੰ ਵੋਟਾਂ ਪਾ ਦਿਓ, 2007 ਦੀ ਅਸੀਂ ਇਹ ਚੋਣ ਜਿੱਤ ਲਈਏ ਤੇ 2012 'ਚ ਮੈਂ ਨਹੀਂ ਲੜਦੀ। ਜੀ 2012 'ਚ ਬਾਦਲ ਸਾਹਿਬ ਨੇ ਫਿਰ ਜਾ ਕੇ ਆਖਿਆ ਇਹ ਤਾਂ ਮੇਰੀ ਆਖਰੀ ਚੋਣ ਹੈ, ਮੈਂ ਹੁਣ ਅਗਲੀ ਵਾਰੀ ਥੋੜ੍ਹਾ ਆਉਣਾ। ਲੋਕਾਂ ਫਿਰ ਵੋਟਾਂ ਪਾਤੀਆਂ। 2017 'ਚ ਫਿਰ ਖਲੋਗੇ। ਹੁਣ ਤਾਂ ਸਾਤੇ ਵਾਲਾ ਅੱਖਰ ਹੈ ਤੇ ਹਮੇਸ਼ਾ ਹੀ ਅਸੀਂ ਜਿੱਤਦੇ ਹੁੰਦੇ ਆ ਪਰ ਉਹ ਸਾਤੇ ਵਾਲਾ ਹਰ ਵਾਰੀ ਜਿੱਤਦਿਆਂ 2017 ਦੇ ਵਿੱਚ ਇਹ ਹਾਰ ਗਏ। ਜੀ ਆਖਿਆ ਉਹਨਾਂ ਨੇ ਵੀ ਸੀ। ਇੱਦਾਂ ਦੀਆਂ ਗੱਲਾਂ ਸਾਰੇ ਕਹਿੰਦੇ ਆ। ਉਹ ਵਾਜਪਾਈ ਸਾਹਿਬ ਨੇ ਵੀ ਆਖਿਆ ਸੀ ਮੈਂ ਅੱਗੇ ਤੋਂ ਚੋਣ ਨਹੀਂ ਲੜਨੀ, ਪ੍ਰਧਾਨ ਮੰਤਰੀ ਹੁੰਦੇ ਆਖਿਆ ਸੀ, ਤੇ ਫਿਰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਅਗਵਾਈ ਵੀ ਕੀਤੀ। ਇੱਕ ਵਾਰੀ ਹੋਰ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸੀ, ਗੱਲ ਨਹੀਂ ਬਣੀ। ਜੀ ਤੇ ਮੁੜ ਕੇ 2009 ਤੱਕ ਆਉਂਦੇ ਰਿਟਾਇਰ ਹੋ ਗਏ ਤੇ ਅਡਵਾਨੀ ਸਾਹਿਬ ਨੂੰ ਕਹਿ ਦਿੱਤਾ। ਅਡਵਾਨੀ ਸਾਹਿਬ ਨੂੰ ਤਾਂ ਧੱਕੇ ਪਾਸੇ ਕੀਤਾ ਗਿਆ, ਨਹੀਂ ਚੋਣ ਲੜਨ ਨੂੰ ਤੇ ਉਹ ਵੀ ਤਿਆਰ ਸੀ। ਜੀ ਬਿਲਕੁਲ, ਇਹ ਸਾਰੇ ਕੀਤੇ ਗਏ ਨੇ। ਨਰਸਿਮਹਾ ਰਾਓ ਨੇ ਆਖਿਆ ਸੀ ਮੈਂ ਚੋਣ ਨਹੀਂ ਲੜਨੀ, ਪਰ ਜਦੋਂ ਰਾਜੀਵ ਗਾਂਧੀ ਦੀ ਮੌਤ ਹੋ ਗਈ ਤੇ ਉਹਨੂੰ ਆਖਿਆ ਪ੍ਰਧਾਨ ਮੰਤਰੀ ਬਣਨਾ ਹੀ। ਤੇ ਲੈ ਭੁੱਖੇ ਨੂੰ ਪੁੱਛਿਆ ਸੀ 2 ਤੇ 2 4 ਕਿੰਨੇ ਹੁੰਦੇ ਆ, ਕਹਿੰਦਾ 4 ਰੋਟੀਆਂ ਹੀ ਹੋਣੀਆਂ। ਨਰਸਿਮਹਾ ਰਾਓ ਨੂੰ ਆਖਿਆ ਪ੍ਰਧਾਨ ਮੰਤਰੀ ਬਣਨਾ ਹੀ, ਕਹਿੰਦਾ ਲੈ ਹੋਰ ਕੀ ਚਾਹੀਦਾ। ਉਹ ਬਿਸਤਰਾ ਵਲੇਟੀ ਖੜਾ ਸੀ ਘਰ ਜਾਣ ਨੂੰ, ਉਹਨੂੰ ਪ੍ਰਧਾਨ ਮੰਤਰੀ ਬਣਾਤਾ। ਉਹਨੇ ਵੀ ਚੋਣ ਲੜ ਲਈ ਸੀ ਔਰ ਬਾਅਦ 'ਚ ਜਾ ਕੇ ਤੇ ਉੱਥੋਂ ਆਂਧਰਾ ਪ੍ਰਦੇਸ਼ 'ਚੋਂ ਚੋਣ ਲੜ ਕੇ ਜਿੱਤ ਕੇ ਆਇਆ ਸੀ। ਤੇ ਉਹਦੇ ਤੋਂ ਅਗਲੀ ਚੋਣ ਜਿਹੜੀ ਸੀ ਉਹ ਫਿਰ ਉਹਨੇ 1996 'ਚ ਲੜਦੀ ਸੀ। ਇਹ ਸਾਰੇ ਇੱਦਾਂ ਕਰਦੇ ਹੁੰਦੇ ਆ ਜੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ ਉਹਨੂੰ ਸਿਆਸੀ ਤੌਰ 'ਤੇ ਠੀਕ ਲੱਗਾ ਕਹਿ ਦਿੱਤਾ ਮੈਂ ਅਗਲੀ ਚੋਣ ਨਹੀਂ ਲੜਦੀ। ਹੁਣ ਉਹਨੂੰ ਲੱਗਦਾ ਕਿ ਸਿਆਸੀ ਤੌਰ 'ਤੇ ਚੋਣ ਲੜਨ ਦੀ ਲੋੜ ਹੈ ਤੇ ਉਹਨੇ ਆਖਿਆ ਮੈਂ ਲੜੂੰਗਾ। ਇਕੱਲਾ ਇਹੋ ਨਹੀਂ ਲੜੂੰਗਾ। ਸਾਰਿਆਂ ਨੂੰ ਪਤਾ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਇਸ ਵੇਲੇ ਕਾਂਗਰਸ ਹਾਈਕਮਾਨ ਬਹੁਤ ਹੀ ਖੁਸ਼ ਨਹੀਂ ਗੀ, ਜੀ ਜਿਹਨੂੰ ਪੀਕੇ ਕਹਿੰਦੇ। ਤੇ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਇਹ ਵੀ ਕਹਿ ਦਿੱਤਾ ਮੇਰੇ 55 MLA ਕਹਿੰਦੇ ਆ ਕਿ ਪੀਕੇ ਨਾਲ ਸਮਝੌਤਾ ਕਰ ਲਓ, ਉਹਨੂੰ ਲੈ ਆਓ। ਤੇ ਪੀਕੇ ਕਿਉਂਕਿ ਪਿਛਲੀਆਂ ਜਿਹੜੀਆਂ 2017 ਦੀਆਂ ਚੋਣਾਂ ਸਾਡੇ ਨਾਲ ਉਹਨੇ ਕੰਮ ਕੀਤਾ, ਮੇਰੇ ਨਾਲ ਚੰਗੇ ਸੰਬੰਧ ਹੈ, ਮਿਲਦਾ ਮੁਲਦਾ ਵੀ ਰਹਿੰਦਾ ਜੀ। ਤੇ ਮੈਂ ਹੁਣ ਉਹਦੇ ਨਾਲ ਗੱਲ ਕਰਨਾ, ਸਾਡੇ 55 MLA ਕਹਿੰਦੇ ਇਸ ਕਰਕੇ ਸੱਦ ਲਾਂਗੇ। ਹੁਣ ਤੇ ਇਹ ਵੀ ਕਹਿ ਦਿੱਤਾ ਨਵਜੋਤ ਸਿੱਧੂ ਦਾ ਕੀ ਹੈ, ਇਹ ਸਾਡਾ ਇਹ ਕਿਤੇ ਚੱਲਿਆ ਥੋੜ੍ਹਾ, ਉਹਨੂੰ ਜੇ ਕੋਈ ਪ੍ਰੋਬਲਮ ਤੇ ਮੇਰੇ ਕੋਲ ਆ ਜਾਏ, ਮੈਂ ਮੁੱਖ ਮੰਤਰੀ ਹਾਂ, ਪਰ ਉੱਦਾਂ ਉਹ ਸਾਡਾ ਇਹ ਕਿਤੇ ਨਹੀਂ ਜਾਣਾ। ਜੀ ਉਹਨੇ ਸਾਰੀਆਂ ਗੱਲਾਂ ਇਸ ਤਰ੍ਹਾਂ ਕੀਤੀਆਂ ਜਿਵੇਂ ਪੂਰੀ ਤਿਆਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਲਈ ਹੈ ਕਿ ਅਗਲੀ ਚੋਣ ਮੈਂ ਅਗਵਾਈ ਕਰਨੀ ਹੈ। ਔਰ ਇਹ ਵੀ ਹੈ ਕਿ ਅਜੇ ਤੱਕ ਦੀ ਕਾਂਗਰਸ ਵਿੱਚ ਉਹਦੇ ਸਾਹਮਣੇ ਏਡੀ ਵੱਡੀ ਕੋਈ ਚੁਣੌਤੀ ਵੀ ਨਹੀਂ ਜਾਪਦੀ ਜਿਹੜਾ ਕੋਈ ਉਹਨੂੰ ਪਾਸੇ ਕਰਕੇ ਆਖੇ ਕਿ ਅਮਰਿੰਦਰ ਸਿੰਘ ਨੂੰ ਹਟਾ ਦਿਓ ਤੇ ਮੈਂ ਕਾਂਗਰਸ ਨੂੰ ਜਿਤਾ ਦੂੰ। ਚੋਣ ਲੜਨ ਨੂੰ, ਅਗਵਾਈ ਕਰਨ ਨੂੰ ਤਾਂ ਕਈ ਤਿਆਰ ਹੋਣਗੇ, ਜੀ ਜਿਹਨੂੰ ਮਰਜ਼ੀ ਕਹਿ ਦਿਓ। ਆਪਾਂ ਇੱਥੋਂ ਕਿਤੇ ਕਿਸੇ ਜਿਹੜੇ ਟਵਿੱਟਰ ਵਾਲੇ ਨੇ ਤੇ ਅੱਜ ਕੱਲ੍ਹ ਟਿਕਟੌਕ ਵਾਲੇ, ਉਹਨਾਂ ਵਿੱਚੋਂ ਵੀ ਕਿਸੇ ਨੂੰ ਲੈ ਜਾਓ ਤੇ ਉਹ ਵੀ ਆਖੂਗਾ ਮੈਂ ਚੋਣ ਲੜ ਦੇਣਾ। ਬਿਲਕੁਲ। ਪਰ ਕੈਪਟਨ ਅਮਰਿੰਦਰ ਸਿੰਘ ਵਾਂਗ ਅਗਵਾਈ ਕਰਨ ਵਾਲਾ ਇਸ ਵੇਲੇ ਦੂਜਾ ਕੋਈ ਦਾਅਵੇਦਾਰ ਹੈ ਨਹੀਂ ਜਿਹੜਾ ਆਖੇ ਕਿ ਮੈਂ ਚੋਣ ਜਿਤਾ ਸਕਦਾ। ਐਡਾ ਦਾਅਵਾ ਕਰਨ ਵਾਲਾ ਬੰਦਾ ਕੋਈ ਲੱਭਦਾ ਨਹੀਂ। ਜੀ ਪਨੂ ਸਾਹਿਬ, ਚੀਨ ਨੇ ਆਪਣੀ ਨਾਗਰਿਕਾਂ ਨੂੰ ਕਿਹਾ ਕਿ ਆਸਟ੍ਰੇਲੀਆ ਦੀ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਨਸਲੀ ਹਿੰਸਾ ਦੇ ਜਿਹੜੇ ਵਿਤਕਰੇ ਆ, ਇਹਦੇ ਮਾਮਲੇ ਆ, ਉਹ ਵੱਧਦੇ ਜਾ ਰਹੇ ਆ। ਤੁਸੀਂ ਇਸ ਸਭ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਤਾਂ ਹਾਲਾਤ ਉਸ ਪਾਸੇ ਨੂੰ ਜਾ ਰਹੇ ਨੇ। ਆਸਟ੍ਰੇਲੀਆ ਦੀ ਪਾਲਿਸੀ ਪਤਾ ਨਹੀਂ ਕਿੱਦਾਂ ਦੀ ਆ, ਉਹ ਅਮਰੀਕਾ ਦੇ ਨਾਲ ਆ। ਜੀ
ਜਦ ਚੱਲੀ ਮੈਂ ਸਿਨੇਮਾ ਵੇਖਣ ਤੇ ਉਹ ਮੇਰੇ ਨਾਲ ਨਾਲ ਚੱਲੇ ਨਹੀਂ ਗਿਰਧਾਰੀ ਲਾਲ। ਜੀ ਬਿਲਕੁਲ। ਜੇ ਅਮਰੀਕਾ ਵਾਲੇ ਸਿਨੇਮਾ ਵੇਖਣ ਜਾਂਦੇ ਆ, ਆਸਟ੍ਰੇਲੀਆ ਨਾਲ ਨਾਲ ਆ। ਅਮਰੀਕਾ ਵਾਲੇ ਅਫਗਾਨਿਸਤਾਨ 'ਚ ਲੜਨ ਜਾਂਦੇ ਆ, ਆਸਟ੍ਰੇਲੀਆ ਨਾਲ ਨਾਲ ਆ। ਅਮਰੀਕਾ ਵਾਲੇ ਇਰਾਕ 'ਚ ਜਾਣ, ਆਸਟ੍ਰੇਲੀਆ ਨਾਲ ਨਾਲ ਆ। ਉਹ ਹਰ ਗੱਲ ਤੇ ਬਸ ਚੱਲੇ ਨਹੀਂ ਨਾਲ ਨਾਲ ਗਿਰਧਾਰੀ ਲਾਲ, ਇਹ ਬਣੇ ਪਏ ਨੇ। ਜਦੋਂ ਆ ਕਰੋਨਾ ਵਾਇਰਸ ਦੇ ਸਵਾਲ ਦੇ ਉੱਤੇ ਡੋਨਲਡ ਟਰੰਪ ਨੇ ਇੱਕ ਵਾਰੀ ਕਹਿ ਦਿੱਤਾ ਕਿ ਵੂਹਾਨ ਦੀ ਲੈਬੋਰਟਰੀ 'ਚੋਂ ਲੀਕ ਹੋਇਆ, ਜੀ ਅਸੀਂ ਚੀਨ ਦੇ ਖਿਲਾਫ ਕਾਰਵਾਈ ਕਰਾਂਗੇ। ਦੁਨੀਆ ਭਰ ਦੇ ਦੇਸ਼ਾਂ 'ਚੋਂ ਸਭ ਤੋਂ ਪਹਿਲਾਂ ਆਸਟ੍ਰੇਲੀਆ ਸੀ ਜਿਹਨੇ ਆਖਿਆ ਅਸੀਂ ਵੀ ਕਰਾਂਗੇ ਜੀ। ਤੇ ਚੀਨ ਵਾਲਿਆਂ ਨੇ ਆਖਿਆ ਵੀ ਅਮਰੀਕਾ ਦੀ ਗੱਲ ਹੋ ਰਿਹਾ, ਤੁਸੀਂ ਇਹ ਸੋਚ ਲਓ, ਤੁਸੀਂ ਮੀਟ ਪ੍ਰੋਡਕਟ ਕਰਦੇ ਆ, ਤੁਹਾਡਾ ਭੇਜਿਆ ਮੀਟ ਸਾਡੇ ਚੀਨ ਦੇ ਲੋਕ ਖਾਂਦੇ ਆ, ਤੇ ਜੇ ਇਹ ਗੱਲ ਚੱਲ ਜਾਵੇ ਕਿ ਆਸਟ੍ਰੇਲੀਆ ਸਾਡੇ ਬਾਰੇ ਆਹ ਸਮਝਦਾ, ਸਾਡੇ ਨਾਲ ਦੁਸ਼ਮਣੀ ਵਾਲਾ ਵਤੀਰਾ ਐਨੀਮਿਟੀ ਰੱਖਦਾ, ਤੇ ਫਿਰ ਤੁਹਾਡਾ ਭੇਜਿਆ ਮੀਟ ਚੀਨ 'ਚ ਕਿਸੇ ਨੇ ਨਹੀਂ ਖਾਣਾ, ਤੁਹਾਨੂੰ ਘਾਟਾ ਪਊ। ਸਾਡੇ ਬੱਚੇ ਤੁਹਾਡੇ ਕੋਲ ਪੜ੍ਹਨ ਆਉਂਦੇ ਆ ਤੇ ਤੁਸੀਂ ਪੜ੍ਹਾ ਕੇ ਉਹਨਾਂ ਨੂੰ ਕੋਈ ਆਸਾਨ ਨਹੀਂ ਕਰਦੇ। ਸਾਡੇ ਬੱਚੇ ਇੱਥੇ ਆ ਕੇ ਮੋਟੀਆਂ ਫੀਸਾਂ ਦਿੰਦੇ ਆ ਜੀ। ਤੁਸੀਂ ਵੇਖ ਲਓ, ਇੰਨੀਆਂ ਫੀਸਾਂ ਦੇਣ ਵਾਲੇ ਬੱਚੇ ਜਿਹੜੇ ਆ, ਜੇ ਉਹਨਾਂ ਦੇ ਮਾਪਿਆਂ ਦੇ ਮਨ 'ਚ ਆ ਜਾਵੇ ਕਿ ਆਸਟ੍ਰੇਲੀਆ 'ਚ ਗਿਆ ਸਾਡੇ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਨਸਲਵਾਦ ਦਾ, ਕਿਸੇ ਕਿਸਮ ਦੀ ਦੁਸ਼ਮਣੀ ਦਾ ਵਿਹਾਰ ਵੇਖਣਾ ਪੈ ਸਕਦਾ, ਤੇ ਚੀਨੀ ਬੱਚੇ ਇੱਥੇ ਕਿਉਂ ਆਉਣਗੇ? ਉਹ ਨਹੀਂ ਆਉਣਗੇ। ਇਸ ਕਰਕੇ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਚੀਨ ਵਾਲਿਆਂ ਨੇ ਸੁਣਾਤੀਆਂ, ਇਹ ਹੁਣ ਲਗਾਤਾਰ ਅਮਰੀਕਾ ਦੇ ਕਹਿਣ 'ਤੇ ਉਹਦੇ ਨਾਲੋਂ ਜ਼ਿਆਦਾ ਚੀਨ ਦੇ ਖਿਲਾਫ ਹੋਇਆ ਪਿਆ, ਕਿਉਂਕਿ ਇਹ ਚੀਨ ਦੇ ਖਿਲਾਫ ਹੋਇਆ ਪਿਆ। ਚੀਨ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਕਹਿ ਦਿੱਤਾ ਕਿ ਹਾਲ ਦੀ ਘੜੀ ਆਸਟ੍ਰੇਲੀਆ ਦੀ ਯਾਤਰਾ ਕੋਈ ਨਾ ਕਰਿਓ ਜੀ। ਚੀਨ ਉੱਥੇ ਆਸਟ੍ਰੇਲੀਆ ਦੇ ਵਿੱਚ ਚੀਨ ਦੇ ਪ੍ਰਤੀ ਬੜੀ ਵੱਖਰੀ ਕਿਸਮ ਦਾ ਵਾਤਾਵਰਨ ਬਣਾਇਆ ਜਾ ਰਿਹਾ। ਉਸ ਮਾਹੌਲ ਦੇ ਵਿੱਚ ਜੇ ਤੁਸੀਂ ਉੱਥੇ ਜਾਓਗੇ ਤੇ ਕੱਲ੍ਹ ਨੂੰ ਕਿਸੇ ਕਿਸਮ ਦੇ ਕਿਸੇ ਨਸਲਵਾਦ ਦਾ, ਕਿਸੇ ਟਿੱਪਣੀ ਦਾ ਤੁਹਾਨੂੰ ਸ਼ਿਕਾਰ ਹੋਣਾ ਪੈ ਸਕਦਾ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੁੰਦੇ ਆ, ਉਹਨਾਂ ਨੇ ਆਸਟ੍ਰੇਲੀਆ ਦੀ ਸਰਕਾਰ ਨੂੰ ਜਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਪੁੱਛ ਕੇ ਸਲਾਹਾਂ ਨਹੀਂ ਕਰਨੀਆਂ ਜੀ। ਉਹ ਤੇ ਆਪਣੇ ਤੌਰ ਤੇ ਕਰਦੇ ਆ। ਸਾਡੇ ਭਾਰਤ ਦੀ ਇੱਕ ਖਿਡਾਰਨ ਹੈ ਜਿਹਦੀ ਮਾਂ ਭਾਰਤੀ ਸੀ, ਪਿਓ ਚੀਨੀ ਸੀ, ਤੇ ਉਹ ਜਿਹੜੀ ਕੁੜੀ ਆ, ਉਸ ਕੁੜੀ ਨੂੰ ਕਰੋਨਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸੀ ਇੱਥੇ, ਸਿਰਫ ਇਸ ਕਰਕੇ ਕਿਉਂਕਿ ਉਹ ਚੀਨੀ ਮੂਲ ਦੀ ਸੀ ਜੀ। ਹੁਣ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ, ਉਹਦਾ ਕਰਕੇ ਇਹ ਸਮਝਣਾ ਚਾਹੀਦਾ ਕਿ ਇਹ ਕਿਸੇ ਥਾਂ ਦੇ ਉੱਤੇ ਵੀ ਨਸਲਵਾਦ ਹੋ ਸਕਦਾ। ਚੀਨ ਵਾਲੇ ਆਖਣਗੇ ਆਸਟ੍ਰੇਲੀਆ ਵਾਲੇ ਵੀ ਆਪਣੇ ਨਾਗਰਿਕਾਂ ਨੂੰ ਹਾਲ ਦੀ ਘੜੀ ਚੀਨ ਨਾ ਜਾਓ, ਪਰ ਉਹਨਾਂ ਦੇ ਚੀਨ ਵੈਸੇ ਨਹੀਂ ਜਾਣਾ ਕਿਉਂਕਿ ਫਲਾਈਟਾਂ ਵੀ ਬੰਦ ਨੇ, ਤੇ ਉੱਦਾਂ ਵੀ ਥੋੜ੍ਹਾ ਜਿਹਾ ਲੋਕਾਂ ਦੇ ਮਨ 'ਚ ਆ ਕੇ ਚੀਨ ਵਿੱਚ ਗਏ ਤੇ ਪਤਾ ਨਹੀਂ ਬਿਮਾਰੀ ਨਾ ਪੈ ਜਾਂਦੀ ਹੋਵੇ। ਆਸਟ੍ਰੇਲੀਆ ਵਾਲੇ ਤੇ ਜਾ ਨਹੀਂ ਰਹੇ, ਚੀਨ ਵਾਲਿਆਂ ਨੇ ਜਾਣਾ ਸੀ ਤੇ ਚੀਨ ਵਾਲਿਆਂ ਨੇ ਵੀ ਉਹਨਾਂ ਜਾਣ ਤੋਂ ਰੋਕ ਦਿੱਤਾ। ਜੀ ਪੰਨ ਸਾਹਿਬ, ਸੁਪਰੀਮ ਕੋਰਟ ਦੇ ਵਿੱਚ ਇੱਕ ਹੁਣ ਨਵਾਂ ਫੈਸਲਾ ਆਇਆ ਆ। ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਘਰਾਂ ਨੂੰ ਗਏ ਆ, ਇਹ ਸੂਬਾ ਸਰਕਾਰ ਯਕੀਨੀ ਬਣਾਵੇ ਕਿ ਉਹਨਾਂ ਨੂੰ ਕੰਮ ਜਿਹੜਾ ਉੱਥੇ ਦਿੱਤਾ ਜਾਵੇ। ਨਾਲ ਹੀ ਹੁਣ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਜਿਹੜੇ ਮਜ਼ਦੂਰ ਗਏ ਆ ਉਹਨਾਂ ਦਾ ਜਿਹੜਾ ਖਰਚਾ ਆ ਉਹ ਕਿਸ ਤਰ੍ਹਾਂ ਹੋਇਆ ਸੀਗਾ। ਤੁਸੀਂ ਇਸ ਸਭ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਚੰਗੀ ਗੱਲ ਸੁਪਰੀਮ ਕੋਰਟ ਨੇ ਕਹਿ ਦਿੱਤੀ ਹੈ। ਘੱਟੋ ਘੱਟ ਸਭ ਕੁਝ ਨਿੱਤਰਤਾ ਜਾਵੇ ਕਿ ਕਿਹਨੇ ਕੀ ਖਰਚ ਕੀਤਾ। ਇੱਥੇ ਹਰ ਕੋਈ ਕਹੀ ਜਾਂਦਾ ਜੀ ਮਜ਼ਦੂਰਾਂ ਵਾਸਤੇ ਖਰਚ ਤੇ ਅਸੀਂ ਕੀਤਾ। ਰਾਜ ਸਰਕਾਰਾਂ ਨੂੰ ਇਹ ਆਖਿਆ ਸੀ ਉਦੋਂ ਰੇਲਵੇ ਬੋਰਡ ਨੇ ਕਿ ਤੁਸੀਂ ਜਾਂ ਪੱਲਿਓਂ ਖਰਚ ਕਰੋ ਜਾਂ ਤੁਸੀਂ ਮਜ਼ਦੂਰਾਂ ਤੋਂ ਟਿਕਟਾਂ ਦੇ ਪੈਸੇ ਇਕੱਠੇ ਕਰਕੇ ਰੇਲਵੇ ਬੋਰਡ ਨੂੰ ਦਿਓ ਜੀ। ਰਾਜ ਸਰਕਾਰਾਂ ਪੈਸੇ ਇਕੱਠੇ ਕਰਨ ਲੱਗ ਪਈਆਂ। ਜਦੋਂ ਇਹਨਾਂ ਨੇ ਕਰ ਲਏ, ਕੁਝ ਰਾਜ ਸਰਕਾਰਾਂ ਨੇ ਕੀਤੇ ਹੀ ਨਹੀਂ। ਸਾਡੇ ਪੰਜਾਬ ਦੀ ਰਾਜ ਸਰਕਾਰ ਨੇ ਨਹੀਂ ਕੀਤੇ। ਇਹਨਾਂ ਨੇ ਆਖਿਆ ਜੀ ਮਜ਼ਦੂਰਾਂ ਤੋਂ ਅਸੀਂ ਕਰਨੇ ਨਹੀਂ, ਤੁਹਾਨੂੰ ਪੈਸੇ ਦੇ ਦਿੰਦੇ। ਉਸ ਤੋਂ ਬਾਅਦ ਰੌਲਾ ਪੈ ਗਿਆ। ਫਿਰ ਰੇਲਵੇ ਬੋਰਡ ਨੇ ਆਖਿਆ ਜੀ ਅਸੀਂ ਤਾਂ ਆਖਿਆ ਹੀ ਨਹੀਂ, ਪਰ ਰੇਲਵੇ ਬੋਰਡ ਦਾ ਸਰਕੂਲਰ ਸਾਰਿਆਂ ਦੇ ਕੋਲ ਪਿਆ ਜਿਹਦੇ 'ਚ ਆਖਿਆ ਸੀਗਾ, ਉਹ ਸਭ ਨੂੰ ਪਤਾ ਕਿ ਰੇਲਵੇ ਬੋਰਡ ਨੇ ਆਖਿਆ ਸੀ। ਫਿਰ ਕੇਂਦਰ ਸਰਕਾਰ ਆਖੀ ਜਾਂਦੀ ਅਸੀਂ ਤਾਂ ਆਪ ਖਰਚਾ ਕੀਤਾ ਜੀ। ਜੇ ਤੁਸੀਂ ਖਰਚਾ ਕੀਤਾ ਤਾਂ ਰਾਜ ਸਰਕਾਰਾਂ ਨੇ ਪੈਸੇ ਕਾਹਦੇ ਭਰੇ ਆ? ਇਹ ਸਾਰਾ ਕੁਝ ਹੁਣ ਸੁਪਰੀਮ ਕੋਰਟ 'ਚ ਨਿੱਤਰ ਕੇ ਸਾਹਮਣੇ ਆ ਜਾਂਦੇ ਹੋ ਕਿੰਨੇ ਪੈਸੇ ਭਰੇ ਨੇ। ਨਤੀਸ਼ ਕੁਮਾਰ ਆਖੀ ਜਾਂਦਾ ਮੈਂ ਪੈਸੇ ਭਰ ਕੇ ਉੱਥੋਂ ਗੱਡੀਆਂ ਮੰਗਾਈਆਂ ਨੇ, ਇਹ ਵੀ ਪਤਾ ਲੱਗ ਜਾਏਗਾ ਉਹਨੇ ਕਿੰਨੀਆਂ ਮੰਗਾਈਆਂ ਜੀ। ਜਿਹੜਾ ਝੂਠ ਬਹੁਤ ਫੈਲਾਇਆ ਜਾ ਰਿਹਾ ਸਾਰੇ ਪਾਸਿਆਂ ਤੋਂ, ਉਹ ਉੱਥੇ ਸੁਪਰੀਮ ਕੋਰਟ ਵਿੱਚ ਜਾ ਕੇ ਸਪਸ਼ਟ ਹੋ ਜਾਏਗਾ ਕਿ ਰਾਜ ਸਰਕਾਰ ਨੇ ਇੰਨੇ ਕੀਤੇ ਆ, ਰੇਲਵੇ ਬੋਰਡ ਨੇ ਇੰਨੇ ਕੀਤੇ ਆ, ਕੇਂਦਰ ਸਰਕਾਰ ਨੇ ਇੰਨੇ ਕੀਤੇ, ਜਿੱਥੇ ਪਹੁੰਚਣੇ ਸੀ ਉਹਨਾਂ ਰਾਜਾਂ ਵਾਲਿਆਂ ਨੇ ਇੰਨੇ ਕੀਤੇ ਆ। ਇਹਦੇ ਵਿੱਚ ਨਾਲ ਇਹ ਵੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਲੋਕ ਜਿਹੜੇ ਇੱਕ ਕਿਸਮ ਦੇ ਉਜਾੜੇ ਦਾ ਸ਼ਿਕਾਰ ਹੋਇਆ, ਨੌਕਰੀਆਂ ਕਰਨ ਵਾਸਤੇ ਗਏ ਸੀ, ਕਾਰੋਬਾਰ ਵਾਸਤੇ ਗਏ ਸੀ, ਇੱਥੋਂ ਖਰਚੇ ਕਰਕੇ ਉੱਥੇ ਪਹੁੰਚੇ, ਉੱਥੇ ਜੋ ਕੁਛ ਛਲੀ ਪੁਣੀ ਵੇਚ ਕੇ ਤੇ ਰਾਹ ਦਾ ਖਰਚਾ ਲਿਆ ਤੇ ਪੈਦਲ ਚੱਲ ਕੇ ਕੋਈ 1200 ਕਿਲੋਮੀਟਰ, ਕੋਈ 1600, ਕੋਈ 1800 ਕਿਲੋਮੀਟਰ ਪੈਦਲ ਚੱਲ ਕੇ ਲੋਕ ਘਰੀਂ ਪਹੁੰਚੇ ਨੇ। ਮੁਸ਼ਕਿਲਾਂ ਝਾਕੀਆਂ ਨੇ, ਕੁਝ ਰਾਹ 'ਚ ਵੀ ਮਰੇ ਨੇ, ਕੁਝ ਹਾਦਸਿਆਂ 'ਚ ਮਰੇ ਨੇ, ਕੋਈ ਦਮ ਤੋੜ ਕੇ ਵੀ ਮਰੇ ਨੇ ਜੀ। ਉਹਨਾਂ ਸਾਰਿਆਂ ਵਾਸਤੇ ਹੁਣ ਜੇ ਸੁਪਰੀਮ ਕੋਰਟ ਨੇ ਆਖਿਆ ਕਿ ਉਹਨਾਂ ਸਾਰਿਆਂ ਨੂੰ ਇਸ ਵੇਲੇ ਜਿੱਥੇ ਭਾਵੇਂ ਆਪਣੇ ਰਾਜ ਵਿੱਚ ਨੇ, ਭਾਵੇਂ ਉਸ ਰਾਜ ਵਿੱਚ ਹੈ ਜਿੱਥੇ ਕੰਮ ਕਰਨ ਗਏ ਸੀ, ਉਹਨਾਂ ਸਾਰਿਆਂ ਨੂੰ ਕੰਮ ਦਿੱਤਾ ਜਾਵੇ, ਰੁਜ਼ਗਾਰ ਦਿੱਤਾ ਜਾਵੇ, ਜਾਂ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ। ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਉਹ ਮਨੁੱਖੀ ਪੱਖ ਤੋਂ ਬਹੁਤ ਵਧੀਆ ਫੈਸਲਾ, ਬਲਕਿ ਬਹੁਤ ਪਹਿਲਾਂ ਭਾਰਤ ਸਰਕਾਰ ਨੂੰ ਆਪ ਫੈਸਲਾ ਲੈਣਾ ਚਾਹੀਦਾ ਸੀ ਜਿਹੜਾ ਸੁਪਰੀਮ ਕੋਰਟ ਨੇ ਹੁਣ ਲਿਆ ਜੀ। ਪੰਨ ਸਾਹਿਬ, ਜਿਹੜਾ ਇਹਨਾਂ ਨੇ 15 ਦਿਨ ਦਾ ਸਮਾਂ ਦਿੱਤਾ ਹੈ ਨਾਲ, ਉਹ ਕਿਸ ਲਈ ਦਿੱਤਾ? ਹੁਣ ਇਹੋ ਜਿਹੇ ਮਾਮਲਿਆਂ 'ਚ ਇੰਨਾ ਸਮਾਂ ਤਾਂ ਦੇਣਾ ਪੈਂਦਾ, ਉਹ ਇਸ ਕਰਕੇ ਵੀ
ਕੋਈ ਮਸ਼ੀਨੀ ਕੰਮ ਤਾਂ ਹੁੰਦਾ ਨਹੀਂਗਾ ਕਿ ਬਟਨ ਦੱਬ ਦਿੱਤਾ ਕੰਪਿਊਟਰ ਚੱਲ ਪਿਆ ਤੇ ਰਾਤੋਂ ਰਾਤ ਕੰਮ ਹੋ ਜਾਏਗਾ। ਜੀ ਸਰਕਾਰਾਂ ਨੂੰ ਕੰਮ ਕਰਦਿਆਂ 100 ਕਿਸਮ ਦੇ ਪ੍ਰਬੰਧ ਕਰਨੇ ਪੈਂਦੇ ਆ। ਇਹ ਕੋਈ ਵੀ ਸਕੀਮ ਹੈ ਲਾਗੂ ਕਰਨ ਵਾਸਤੇ ਕੁਝ ਅਫਸਰਾਂ ਦੀ ਡਿਊਟੀਆਂ ਵੀ ਲਾਉਣੀਆਂ ਪੈਣਗੀਆਂ, ਕੁਝ ਮਹਿਕਮੇ ਵੀ ਇਹਦੇ ਵਿੱਚ ਸ਼ਾਮਲ ਕਰਨੇ ਪੈਣਗੇ, ਕੁਝ ਫੰਡਾਂ ਦਾ ਪ੍ਰਬੰਧ ਵੀ ਕਰਨਾ ਪਊਗਾ। ਫੰਡ ਉਹਨਾਂ ਲੋਕਾਂ ਵਾਸਤੇ ਵੀ ਪ੍ਰਬੰਧ ਕਰਨਾ ਪਊਗਾ ਜੀ ਜਿਨ੍ਹਾਂ ਦੀ ਮਦਦ ਕਰਨੀ ਹੈ। ਤੇ ਇੱਕ ਕੰਟੀਨਜੈਂਸੀ ਹੁੰਦਾ ਜਿਹੜੇ ਮਹਿਕਮਿਆਂ ਨੇ ਜਾਣਾ, ਉਹ ਫਰਜ਼ ਕਰੋ ਕੋਈ ਅਫਸਰ, ਕੋਈ SDO, ਕੋਈ ਐਕਸੀਅਨ, ਕੋਈ ਡਿਪਟੀ ਕਮਿਸ਼ਨਰ ਜਿੰਨੇ ਵੀ ਜਾਂਦੇ ਆ, ਉਹਨਾਂ ਦੇ ਰਾਹਾਂ ਦੇ ਖਰਚੇ ਇਸ ਸਾਰੇ ਪ੍ਰਬੰਧ ਵਿੱਚ ਜਿਹੜੇ ਉਹ ਕਿੱਥੋਂ ਹੋਣੇ ਆ? ਇਹ ਸਾਰਾ ਜਿਹੜਾ ਕੁਝ ਪ੍ਰਬੰਧ ਕਰਨਾ ਪੈਣਾ ਜੀ। ਇਹਦੇ ਲਈ 15 ਦਿਨ ਤਾਂ ਇੰਨੇ ਕੁ ਦਿਨੇ ਪੈਣੇ ਸੀ, ਹਫ਼ਤੇ ਵਿੱਚ ਵੀ ਸਰ ਨਹੀਂ ਸਕਦਾ। ਪਰ 15 ਦਿਨਾਂ ਦੇ ਬਾਅਦ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਸਰਕਾਰਾਂ ਇੱਥੇ ਆ ਕੇ ਸੁਪਰੀਮ ਕੋਰਟ 'ਚ ਦੱਸਣ ਕਿ ਤੁਸੀਂ ਹੁਣ ਤੱਕ ਲੋਕਾਂ ਵਾਸਤੇ ਕੀ ਕੀਤਾ, ਜੀ ਕਿੱਥੇ ਕਸਰ ਰਹਿ ਗਈ ਆ। ਇਹ ਸਾਰਾ ਕੁਝ ਉਦੋਂ ਤੱਕ ਆ ਜਾਵੇਗਾ। ਜੀ। ਉੱਦਾਂ ਮੈਂ ਇਹ ਸਮਝਦਾ ਕਿ ਬਹੁਤਾ ਕੁਝ ਜਿਹੜਾ ਪਿੱਛੇ ਰਿਵਾਜ ਬਣਿਆ ਪਿਆ ਕਿ ਪਤਾ ਹੀ ਨਹੀਂ ਲੱਗਦਾ ਕਿ ਥੱਲੇ ਹੁੰਦਾ ਕੀ ਪਿਆ। ਅੱਜ UP ਤੋਂ ਇੱਕ ਖਬਰ ਆਈ ਹੈ, ਹੈਰਾਨੀ ਵਾਲੀ ਆ, ਮੈਂ ਪੜ੍ਹ ਕੇ ਅੱਖਾਂ ਟੁੱਟੀਆਂ ਗਈਆਂ ਮੇਰੀਆਂ। ਜੀ। ਇੱਕ ਕੁੜੀ ਸਾਇੰਸ ਟੀਚਰ ਹੈ, ਜੀ ਇੱਕੋ ਵਕਤ 25 ਸਕੂਲਾਂ ਦੇ ਵਿੱਚ ਅੱਡ-ਅੱਡ ਜ਼ਿਲ੍ਹਿਆਂ 'ਚ ਉਹ ਨੌਕਰੀ ਕਰ ਰਹੀ ਹੈ ਔਰ ਸਾਰਿਆਂ ਥਾਵਾਂ ਤੋਂ ਤਨਖਾਹ ਲੈ ਰਹੀ ਹੈ। ਤੇ ਉਹ ਬੈਂਕ ਅਕਾਊਂਟ 'ਚ ਤਨਖਾਹ ਹੁੰਦੀ ਹੈ ਔਰ 1 ਸਾਲ ਦੇ ਸ਼ਾਇਦ 13 ਮਹੀਨਿਆਂ ਦੇ ਵਿੱਚ 1 ਕਰੋੜ ਰੁਪਏ ਦੀ ਜੋ ਤਨਖਾਹ ਲੈ ਗਈ ਹੈ। ਉੱਤਰ ਪ੍ਰਦੇਸ਼ 'ਚ ਇਸ ਵੇਲੇ ਤਰਥੱਲੀ ਮੱਚੀ ਪਈ ਆ ਜੀ ਕਿ ਇੱਕੋ ਕੁੜੀ ਅੱਡ-ਅੱਡ 25 ਜ਼ਿਲ੍ਹਿਆਂ ਦੇ ਵਿੱਚ 25 ਸਕੂਲਾਂ 'ਚ ਜੀ ਬਿਲਕੁਲ ਟੀਚਰ ਕਿੱਦਾਂ ਲੱਗ ਗਈ ਤੇ ਉੱਥੇ ਕਦੇ ਡਿਊਟੀ ਕਰਨ ਗਈ ਹੈ ਕਿ ਨਹੀਂ ਗਈ, ਤੇ ਜਿੰਨੇ ਸੀ ਜਾਂਦੀ ਤੇ ਤਨਖਾਹ ਕਿੱਦਾਂ ਰਿਲੀਜ਼ ਹੋਏਗੀ ਹੈ। ਔਰ ਕੱਲ੍ਹ ਦੀ ਇਨਕੁਆਇਰੀ ਹੁੰਦੀ ਪਈ ਆ, ਪੁਲਿਸ ਦੇ ਵੱਡੇ ਵੱਡੇ ਅਫਸਰ ਐਡੀਸ਼ਨਲ DGP ਰੈਂਕ ਦੇ ਪੜਤਾਲ ਕਰਦੇ ਪਏ, ਜਿਹੜੇ ਹਿੰਦੁਸਤਾਨ 'ਚ ਐਡੇ ਕੱਪੜੇ ਹੁੰਦੇ ਪਏ ਹੁਣ, ਜੀ ਉੱਥੇ ਕੀ ਨਹੀਂ ਹੋ ਸਕਦਾ। ਜੀ ਇਸ ਕਰਕੇ ਸੁਪਰੀਮ ਕੋਰਟ ਨੇ 15 ਦਿਨ ਦਿੱਤੇ, ਉਹ ਤਾਂ ਕੋਈ ਜ਼ਿਆਦਾ ਨਹੀਂ ਗਏ। 15 ਦਿਨਾਂ ਬਾਅਦ ਲੋਕਾਂ ਸਾਹਮਣੇ ਸਭ ਕੁਝ ਨਿੱਤਰ ਕੇ ਆ ਜਾਏਗਾ ਕਿ ਹੋਇਆ ਕੀ ਆ ਤੇ ਹੋਣਾ ਕੀ ਚਾਹੀਦਾ ਸੀ। ਪੰਨ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਹੁੰਦੀਆਂ ਨੇ ਗੋਲ ਕਰਕੇ ਰਹਿ ਜਾਂਦੀਆਂ। ਸੋ ਪੰਨ ਸਾਹਿਬ, ਤੁਸੀਂ ਐਂ ਸਟੂਡੀਓ ਵਿੱਚ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਕੱਲ ਫਿਰ ਹੋਵਾਂਗੇ ਨਵੀਆਂ ਖਬਰਾਂ ਨਾਲ ਹਾਜ਼ਰ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।